का खालसा वाहिगुरु जी की फतेह। हरख बिरात तब साथ निशाना। हजर हजूर जुगो जुगो टल ज्ञान समुंदर बाणी दे बोहिथ। धन सतगुरु श्री गुरु ग्रंथ ਸਾਹਿਬ महाराज जियां दे सजे हुए पावन दरबार निघी गोद विच शाम ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋਂ ਸ਼ਾਮ ਦੇ ਦੀਵਾਨ ਦੇ ਵਿੱਚ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਕੁਝ ਸਮਾਂ ਹੋਰ ਸਫਲਾ ਕਰੀਏ, ਗੁਰੂ ਇਤਿਹਾਸ ਦਾ ਆਨੰਦ ਮਾਣੀਏ ਜੋ ਆਪ ਲੜੀਵਾਰ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਸੂਰਮੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਮਰ ਜੀਵਨ ਦੀ ਅਮਰ ਗਾਥਾ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਜੰਝ ਅੰਮ੍ਰਿਤਸਰ ਸਾਹਿਬ ਤੋਂ ਚੜ੍ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਤਿਗੁਰੂ ਪੰਜਵੇਂ ਗੁਰੂ ਨਾਨਕ ਬੜੇ ਚਾਅ ਦੇ ਨਾਲ ਆਪਣੇ ਲਾਡਲੇ ਲਾਲ ਸਾਹਿਬਜ਼ਾਦੇ ਦੀ ਜੰਝ ਚੜ੍ਹਾ ਕੇ ਲੈ ਕੇ ਚੱਲੇ। ਪਹਿਲਾਂ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਦਰਿਆ ਪਾਰ ਕਰਕੇ ਫਿਰ ਡੱਲੇ ਨਗਰ 1 ਮੀਲ ਵਿੱਥ 'ਤੇ ਬੈਠੇ। ਅੱਗੋਂ ਫਿਰ ਬੜੇ ਪਿਆਰ ਦੇ ਨਾਲ ਨਰੈਣ ਦਾਸ ਜੀ ਸਤਿਗੁਰੂ ਮਹਾਰਾਜ ਜੀਆਂ ਨੂੰ ਜੰਝ ਨੂੰ ਸਤਿਕਾਰ ਆਦਿ ਨਾਲ ਲੈਣ ਵਾਸਤੇ ਆਏ। ਬੜੇ ਚਾਅ ਦੇ ਨਾਲ ਮਿਲੇ। ਸਤਿਗੁਰੂ ਮਹਾਰਾਜ ਦਾ ਹੁਕਮ ਹੋ ਜਾਂਦਾ ਫਿਰ ਉੱਥੋਂ ਚੱਲਣ ਦਾ, ਢਕਾਓ ਕਰਨ ਦਾ। ਆਓ ਕਿਵੇਂ ਢਕਾਓ ਹੁੰਦਾ ਹੈ। ਸਤਿਗੁਰੂ ਮਹਾਰਾਜ ਪਹੁੰਚਦੇ ਹਨ ਨਗਰ ਦੇ ਵਿੱਚ, ਆਪਣੀਆਂ ਰਹਿਮਤਾਂ ਵਰਤਾਉਂਦੇ ਹਨ। ਪਿਆਰ ਨਾਲ ਸਰਵਣ ਕਰਨ ਵਾਸਤੇ ਮਨ ਦੀ ਇਕਾਗਰਤਾ, ਗੁਰੂ ਚਰਨਾਂ ਦਾ ਪਿਆਰ, ਰਸਨਾ ਦਾ ਆਨੰਦ ਮਾਣੀਏ, ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰਖ ਬਰਾਤ ਤਬ ਸਾਥ ਨਿਸ਼ਾਨਾ। ਬੜੇ ਖੁਸ਼ੀਆਂ ਦੇ ਨਾਲ ਬਰਾਤ ਨਿਸ਼ਾਨਾ ਭਾਵ ਕੇ ਨਗਾਰੇ ਵੱਜਦੇ ਹਨ। ਆਮਦਨ ਕਰੀ ਅਧਿਕ ਮਨ ਮਾਨਾ। ਬਹੁਤ ਮਨ ਦੀਆਂ ਖੁਸ਼ੀਆਂ ਦੇ ਨਾਲ ਚੱਲਣਾ ਕੀਤਾ ਹੈ। ਕੀਤਾ ਧੰਨ ਸ਼੍ਰੀ ਗੁਰੂ ਬਰਖਾਇਓ। ਸਤਿਗੁਰੂ ਮਹਾਰਾਜ ਬੇਅੰਤ ਧਨ ਬਰਖਾ ਰਹੇ ਹਨ। ਮਨੋ ਮੇਘ ਸਾਵਣ ਕੋ ਆਇਓ। ਕਿਉਂ ਮਾਨੋ ਸਾਵਣ ਦਾ ਮਹੀਨਾ ਬੱਦਲ ਘਟਾ ਚੜ੍ਹ ਕੇ ਆਈ ਹੈ। ਏ ਬਿਦਪੁਰ ਪਰਵੇਸ਼ ਤਬ ਕੀਨੋ। ਕਿਉਂ ਸਤਿਗੁਰੂ ਮਹਾਰਾਜ ਨੇ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਬੜੀਆਂ ਬਖਸ਼ਿਸ਼ਾਂ ਦੇ ਵਿੱਚ ਡੱਲੇ ਨਗਰ ਹਰਗੋਬਿੰਦ ਸਾਹਿਬ ਮਹਾਰਾਜ ਲਾੜੇ ਨੇ ਸਤਿਗੁਰੂ ਪਾਤਸ਼ਾਹ ਜੀ ਜੰਝ ਲੈ ਕੇ ਢਕਾਓ ਕੀਤਾ, ਪ੍ਰਵੇਸ਼ ਕੀਤਾ। ਆਛੀ ਠੋਰ ਸੋ ਡੇਰਾ ਦੀਨੋ। ਰਹਿਣ ਦਾ ਜੀਆਂ ਜੋ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀ ਬੜੇ ਸੁਚੱਜੇ ਢੰਗ ਨਾਲ ਸਤਿਗੁਰੂ ਮਹਾਰਾਜ ਜੀਆਂ ਨੂੰ ਡੇਰਾ ਕਰਾਇਆ। ਪੁਰ ਬਰਾਤ ਲਛ ਸੁਨ ਆਈ। ਇਸ ਤਰ੍ਹਾਂ ਜਦੋਂ ਬਰਾਤ ਪਹੁੰਚ ਗਈ ਇੱਥੇ ਕਵੀ ਜੀਆਂ ਨੇ ਇੱਕ ਬੜਾ ਸੋਹਣਾ ਅੰਗ ਲਾਇਆ ਵੀ ਲక్ష్ਮੀ ਨੂੰ ਪਤਾ ਲੱਗ ਗਿਆ। ਭਾਵ ਕਿ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਜੋ ਅਜੇ 7 ਸਾਲ ਦੇ ਸਨ, ਉਹਨਾਂ ਨੂੰ ਵੀ ਬੜਾ ਪਤਾ ਲੱਗ ਗਿਆ, ਸੁਨੇਹਾ ਮਿਲ ਗਿਆ ਕਿ ਬਰਾਤ ਪਹੁੰਚ ਚੁੱਕੀ ਹੈ। ਜਾਂ ਲక్ష్ਮੀ ਨੂੰ ਪਤਾ ਲੱਗਿਆ ਕਿ ਸਤਿਗੁਰੂ ਮਹਾਰਾਜ ਆ ਪਹੁੰਚੇ ਹਨ। ਨਿਜ ਮਹਿਮਾ ਕਛ ਪ੍ਰਗਟ ਜਨਾਈ। ਆਪਣੀ ਮਹਿਮਾ ਪ੍ਰਗਟ ਕਰਕੇ ਜਣਾਉਂਦੀ ਹੈ। ਦੋਹਰਾ ਰਿੱਧ ਸਿੱਧ ਸਭੈ ਬੁਲਾਏ ਕੈ ਐਸੀ।
ਰਿੱਧੀਆਂ ਸਿੱਧੀਆਂ ਕੋਲ ਬੁਲਾ ਲੀਆਂ ਹਨ। ਐਸੇ ਕਹਾ ਸੁਧਾਰ, ਸਾਰਿਆਂ ਨੂੰ ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਆਖਿਆ। ਮਾਨੋ ਕਿ ਮਾਤਾ ਦਮੋਦਰੀ ਜੀਆਂ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਬੜੇ ਪ੍ਰੇਮ ਨਾਲ ਜਾਓ। ਜਾਂ ਪਉ ਨਾਹੀ ਤੁਮ ਕਰੋ, ਮਮ ਸੁਆਮੀ ਕਰਤਾਰ। ਤੂੰ ਮੇਰੇ ਸਿਰ ਦੇ ਸੁਆਮੀ ਕਰਤਾਰ ਪਰਮੇਸ਼ਰ ਆਏ ਨੇ। ਲక్ష్ਮੀ ਸਿੱਧੀਆਂ ਨੂੰ ਕਹਿਣ ਲੱਗੀ ਕਿ ਜਾ ਕੇ ਪ੍ਰਾਹੁਣ ਆਈ ਹੁੰਦਾ, ਪ੍ਰਾਹੁਣਚਾਰੀ ਸਤਿਕਾਰ ਕਰਨਾ, ਜਿਉਂ ਆਏ ਆਖਣਾ, ਜਾ ਕੇ ਮਿਲੋ ਭਾਵ ਸੇਵਾ ਦੇ ਵਿੱਚ ਹਾਜ਼ਰ ਹੋਵੋ। ਚੌਪਈ ਰਿੱਧ ਸਿੱਧ ਸਭ ਸੁਖ ਤਬੈ ਸੁਧਾਰੇ। ਕਿਉਂ ਸਾਰੇ ਸੁਖ ਜੋ ਵਸਤੂਆਂ ਦੀ ਲੋੜ ਉਸ ਸਮੇਂ ਦੀ ਲੋੜ ਸੀ, ਸਾਰੇ ਸੁਖ ਸੁਧਾਰ ਦਿੱਤੇ, ਭਾਵ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੱਤੀ। ਰਿੱਧੀਆਂ ਸਿੱਧੀਆਂ ਖੁਸ਼ੀਆਂ ਵਰਤ ਰਹੀਆਂ ਹਨ। ਜੇ ਦੇਵਨ ਨਹਿ ਨੈਣ ਸਿਧ ਨਿਹਾਰੇ। ਪਰ ਨੇਤਰਾਂ ਨਾਲ ਪਤਾ ਨਹੀਂ ਲੱਗ ਰਿਹਾ ਹੈ ਦੇਵਤਿਆਂ ਦਾ ਰਿੱਧੀਆਂ ਸਿੱਧੀਆਂ ਕਿਵੇਂ ਵਰਤ ਰਹੀਆਂ ਨੇ। ਜਿਸ ਤਰ੍ਹਾਂ ਮਾਨੋ ਜੰਝ ਸੀ ਆਈ ਹੋਈ। ਜੰਝ ਦੇ ਵਿੱਚ ਸਾਰਿਆਂ ਦੇ ਸੁਭਾਅ ਵੱਖਰੇ ਹੁੰਦੇ ਨੇ। ਉਹਨਾਂ ਸਮਿਆਂ 'ਚ ਪਾਣੀ ਦੀ ਲੋੜ, ਬਿਸਤਰੇ ਦੀ ਲੋੜ, ਦੁੱਧ ਦੀ ਲੋੜ ਜਾਂ ਕਿਸੇ ਨੂੰ ਮਠਿਆਈ ਦੀ ਲੋੜ। ਜਦੋਂ ਕਿ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਗੱਲ ਜਿੱਤਵਦਾ ਹੈ ਤਾਂ ਆਪਣੇ ਆਪ ਹੀ ਸਾਰਿਆਂ ਨੂੰ ਪ੍ਰਾਪਤ ਹੋ ਰਹੀ ਹੈ। ਮਾਨੋ ਕਿ ਸੇਵਾ ਕਰਨ ਵਾਲੇ ਬਰਾਤੀ ਸੱਜਣਾ ਦੀ ਜਿਹੜੇ ਨਗਰ ਦੇ ਲੋਕ ਨੇ ਉਹ ਆਪਣੇ ਆਪ ਹੀ ਕੋਲ ਪਹੁੰਚ ਜਾਂਦੇ ਨੇ ਜਿਹੜੀ ਵਸਤੂ ਦੀ ਲੋੜ ਹੈ ਲੈ ਕੇ। ਕਿਉਂ ਇਹ ਸੇਵਾ ਹੋ ਰਹੀ ਹੈ। ਬਰਾਤਨ ਨਿਜ ਮੰਦਰ ਤਬ ਭੂਲੇ। ਕਿਉਂ ਜਿਹੜੇ ਬਰਾਤੀ ਸੀ ਉਹਨਾਂ ਨੂੰ ਆਪਣੇ ਘਰ ਭੁੱਲ ਗਿਆ, ਭਾਵ ਜੋ ਘਰਾਂ 'ਚ ਸੁੱਖ ਰੋਜ਼ ਮਾਣਦੇ ਸੀ ਉਹਨਾਂ ਨਾਲੋਂ ਕਿਤੇ ਦੁੱਗਣਾ ਚੌਗਣਾ ਜ਼ਿਆਦਾ ਸੁੱਖ ਮਿਲ ਰਿਹਾ ਹੈ। ਸਭ ਸੁਖ ਭੂਲੇ ਨਿਜ ਅਨਕੂਲੇ। ਕਿਉਂਕਿ ਅਨੁਕੂਲ ਸਾਹਿਤ ਭਾਵ ਜਿਹੜੇ ਸੁੱਖ ਮਾਣ ਰਹੇ ਸੀ ਉਦੋਂ ਬਾਹਲੇ ਜ਼ਿਆਦਾ ਸੁੱਖ ਮਿਲ ਗਏ ਅਨੁਕੂਲੇ। ਆਪੋ ਆਪਣੇ ਹਿਸਾਬ ਨਾਲ ਕਿਸੇ ਨੂੰ ਗਰਮ ਪਾਣੀ ਚਾਹੀਦਾ ਹੈ, ਕਿਸੇ ਨੇ ਇਸ਼ਨਾਨ ਕਰਨਾ ਹੈ ਜਾਂ ਕਿਸੇ ਨੇ ਵਸਤਰ ਬਦਲਣੇ ਨੇ ਉਸ ਤਰ੍ਹਾਂ ਦਾ। ਕਿਉਂ ਹਰ ਇੱਕ ਚੀਜ਼ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਆਪਣੇ ਆਪ ਐਟੋਮੈਟਿਕ ਹੀ ਪ੍ਰਾਪਤ ਹੋ ਰਹੀ ਹੈ। ਨਾਰਾਇਣ ਦਾਸ ਕੋ ਕਰੈ ਬਖਾਨੀ। ਨਾਰਾਇਣ ਦਾਸ ਜੀ ਹਨ ਜਿਹੜੇ ਉਹ ਵੀ ਸੇਵਾ ਦੇ ਵਿੱਚ ਹਾਜ਼ਰ ਨੇ। ਕਵੀ ਜੀ ਕਹਿਣ ਲੱਗੇ ਵੀ ਕੌਣ ਬਿਆਨ ਕਰੇ ਉਸ ਸਮੇਂ ਦੀ ਜਿਹੜੀ ਇਹ ਖੇਡ ਹੈ। ਸ੍ਰੀ ਗੁਰ ਲਛ ਮਹਿਮਾ ਪਹਿਚਾਨੀ। ਪਰ ਨਾਰਾਇਣ ਦਾਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਇੰਨੀ ਸੰਗਤ ਭਾਵੇਂ ਇੰਨਾ ਕੁਛ ਕਿਵੇਂ ਸੇਵਾ ਹੋ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਛਾਣ ਲਿਆ, ਮਹਿਮਾ ਪਛਾਣ ਲਈਏ ਲక్ష్ਮੀ ਦੀ ਜੋ ਸੇਵਾ ਦਾਸੀ ਲੱਗੀ ਹੈ ਸੇਵਾ ਕਰਨ। ਦੇਖ ਹੇਤ ਸ੍ਰੀ ਗੁਰੂ ਹਰਿ ਖਾਏ। ਇਉਂ ਸਤਿਗੁਰੂ ਮਹਾਰਾਜ ਵੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਸੇਵਾ ਦੇ ਕੇ। ਮਿਲਣੀ ਸਮਾ ਤਬੈ ਨਿਕਟਾਏ। ਇਹਨਾਂ ਨੂੰ ਮਿਲਣੀ ਦਾ ਸਮਾਂ ਨੇੜੇ ਆ ਗਿਆ ਹੈ। ਦੋਹਰਾ ਜਗਤ ਰੀਤ ਪ੍ਰਿਥਮੈ ਕਰੀ, ਬਹੁਰੋ ਪਠੇ ਬੁਲਾਏ। ਫਿਰ ਜਗਤ ਦੀ ਰੀਤ ਕੀਤੀ, ਕੁਛ ਜਿਹੜਾ ਮੇਲ ਗੇਲ ਸੀ ਮਿਲਣੀ ਦਾ ਸਮਾਂ ਸੀ ਹੋਇਆ, ਫਿਰ ਮਹਾਰਾਜ ਨੂੰ ਸੁਨੇਹਾ ਦਿੱਤਾ ਹੈ। ਨਾਰਾਇਣ ਦਾਸ ਸ੍ਰੀ ਗੁਰੂ ਕੋ ਮਿਲਣੀ ਹੇਤ ਸਦਾਏ। ਧੰਨ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਮਿਲਣੀ ਵਾਸਤੇ ਨਾਰਾਇਣ ਦਾਸ ਜੀ ਆਉਂਦੇ ਹਨ। ਚੌਪਈ ਬਾਜ ਬਜਾਵਤ ਸ੍ਰੀ ਗੁਰੂ ਆਏ। ਇਧਰੋਂ ਸਤਿਗੁਰੂ ਮਹਾਰਾਜ ਜੀ ਵੀ ਬਾਜੇ ਵਜਾ ਕੇ ਚੱਲੇ। ਦਾਸ ਨਾਰਾਇਣ ਅਗਰ ਸਿਧਾਏ। ਨਾਰਾਇਣ ਦਾਸ ਜੀ ਅੱਗੇ ਹਨ ਸਤਿਗੁਰਾਂ ਦੇ ਸਾਹਮਣੇ ਪ੍ਰਤੱਖ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ। ਜਰੀ ਜੀਨ ਸੰਗ ਅਸਬਲ ਹੁਣ ਕਵੀ ਜੀ ਇੱਥੇ ਦਰਸਾ ਰਹੇ ਨੇ ਇਸ ਗੱਲ ਨੂੰ ਕਿ ਇੱਕ ਬਹੁਤ ਸੁੰਦਰ ਘੋੜਾ ਜਿਹਦੇ ਉੱਤੇ ਕਾਠੀ ਪਾਈ ਹੋਈ ਹੈ। ਭੂਸ਼ਣ ਬਸਤਰ ਅਨੇਕ ਤਰਾਏ। ਜਿਹੜੇ ਬੜੇ ਸੋਹਣੇ ਜਰੀਦਾਰ ਕਾਠੀ ਕੱਢੀ ਹੋਈ, ਹੋਰ ਬਹੁਤ ਜ਼ਿਆਦਾ ਵਸਤਰ ਤੇ ਗਹਿਣੇ ਹਨ। ਬਹੁਤ ਅਸ਼ਰਫੀ ਉੱਪਰ ਧਾਰੇ। ਬੜੀਆਂ ਸਰਫੀਆਂ ਵੀ ਉੱਪਰ ਰੱਖੀਆਂ। ਮਿਲੇ ਪਰਸ ਪਰ ਪੂਜਾ ਪਸਾਰੇ। ਸਤਿਗੁਰੂ ਮਹਾਰਾਜ ਜੀਆਂ ਨੂੰ ਬੜੇ ਪਿਆਰ ਦੇ ਨਾਲ ਮਿਲੇ ਹਨ। ਦਾਸ ਨਾਰਾਇਣ ਐਸੇ ਕਹਾ। ਨਾਰਾਇਣ ਦਾਸ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ। ਹੋ ਸੇਵਕ ਤੁਮ ਸੁਆਮੀ ਆਹਾ। ਮਹਾਰਾਜ ਆਪ ਮੇਰੇ ਸੁਆਮੀ ਸਿਰ ਦੇ ਸਾਈਂ ਹੋ, ਮੈਂ ਆਪ ਜੀ ਦਾ ਸੇਵਕ ਦਾਸ ਹਾਂ। ਦੋਹਰਾ ਭੇਟਾ ਆਗੈ ਰੱਖ ਕੈ ਘਰ ਮੈਂ ਅੰਚਰ ਪਾਏ। ਸਤਿਗੁਰੂ ਮਹਾਰਾਜ ਦੇ ਜੋ ਅੱਗੇ ਭੇਟਾ ਲੈ ਕੇ ਆਇਆ ਸੀ ਰੱਖ ਕੇ ਆਪਣੇ ਗਲ ਵਿੱਚ ਪੱਲਾ ਪਾ ਲਿਆ। ਨਾਰਾਇਣ ਦਾਸ ਅਤ ਨਿਮਰ ਹੋਏ, ਪਰਿਓ ਚਰਨ ਗੁਰ ਜਾਏ। ਵਾਲੀ ਹੀ ਜ਼ਿਆਦਾ ਨਿਮਰਤਾ ਦੇ ਨਾਲ ਨਾਰਾਇਣ ਦਾਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪੈਂਦਾ ਹੈ। ਸਭ ਬਰਾਤ ਮਨ ਮੈਂ ਬਿਸਮੈ ਭਈ।
ਸਾਰੀ ਬਰਾਤ ਸੀ ਜਿਹੜੀ ਮਨ ਦੇ ਵਿੱਚ ਬੜੀ ਬਿਸਮਾਦ ਬੜੀ ਹੈਰਾਨਗੀ ਵਿੱਚ ਹੈ। ਹਮਰੀ ਸੇਵ ਕਰੀ ਚਿਤ ਲਾਈ। ਵੀ ਇੰਨੀ ਸੇਵਾ ਚਿੱਤ ਲਾ ਕੇ ਕੀਤੀ ਹੈ ਪ੍ਰੇਮ ਦੇ ਨਾਲ। ਗੁਰ ਅਰਜਨ ਉਲਾਏ ਤਹਲੀਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ਾਂ ਦੇ ਮਾਲਕ। ਬਹੁਤ ਧੀਰਜ ਦੇ ਠਾਂਡਾ ਕੀਨਾ। ਨਰਾਇਣ ਦਾਸ ਜੀਆਂ ਨੂੰ ਜਦੋਂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਪਾਤਸ਼ਾਹ ਨੇ ਬਾਜੂਆਂ ਤੋਂ ਪਕੜ ਕੇ ਆਪਣੀ ਛਾਤੀ ਨਾਲ ਲਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਕੁੜਮ ਜਾਣ ਕੇ, ਪਿਆਰ ਦੇ ਕੇ, ਗੁਰਸਿੱਖ ਜਾਣ ਕੇ ਮਹਾਰਾਜ ਸੀਨੇ ਨਾਲ ਲਾ ਲੈਂਦੇ ਹਨ। ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ। ਦਾਸ ਨਰਾਇਣ ਘਰੈ ਸਿਧਾਇਓ। ਕਿਉਂ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਨਰਾਇਣ ਦਾਸ ਦੇ ਉੱਤੇ। ਫਿਰ ਇਉਂ ਸਤਿਗੁਰੂ ਮਹਾਰਾਜ ਜੀਆਂ ਨਾਲ ਮਿਲਣੀ ਕਰਕੇ ਨਰਾਇਣ ਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਭੇਟਾ ਚੜਾ ਕੇ ਵਾਪਸ ਮੁੜ ਕੇ ਆਪਣੇ ਘਰ ਗਿਆ। ਗੁਰ ਅਰਜਨ ਜਨ ਵਾਸੇ ਆਇਓ। ਸਤਿਗੁਰੂ ਮਹਾਰਾਜ ਜੀ ਵੀ ਫਿਰ ਜਿੱਥੇ ਟਿਕਾਣਾ ਸੀ ਆਪਣਾ ਆਸਣ, ਪਾਤਸ਼ਾਹ ਜੀ ਆਪਣੇ ਜਨ ਵਾਸੇ ਭਾਵ ਜਿੱਥੇ ਜੰਝ ਟਿਕੀ ਹੋਈ ਸੀ ਆ ਕੇ ਆਪਣੇ ਆਸਣ ਤੇ ਸੁਸ਼ੋਭਿਤ ਹੁੰਦੇ ਨੇ, ਵਿਰਾਜਮਾਨ ਹੁੰਦੇ ਨੇ। ਨਾਰਾਇਣ ਦਾਸ ਕੋ ਵਿਪਰਨ ਕਹਾ। ਨਰਾਇਣ ਦਾਸ ਜੀ ਨੂੰ ਬ੍ਰਾਹਮਣ ਆਖਦੇ ਨੇ। ਗੋ ਧੂਲ ਵਿਮਲ ਬੇਲਾ ਹਮਲਹਾ। ਕੀ ਕਹਿੰਦੇ ਨੇ ਵੀ ਸ਼ਾਮ ਦਾ ਸਮਾਂ ਹੋ ਗਿਆ ਹੈ, ਸ਼ਾਮਾਂ ਸੰਝ ਪੈ ਗਈ ਹੈ। ਦੋਹਰਾ ਨਾਰਾਇਣ ਦਾਸ ਤਬ ਹੀ ਪਠੇ ਵਿਪਰ ਸ਼੍ਰੀ ਗੁਰ ਪਾਸ। ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਨਰਾਇਣ ਦਾਸ ਨੇ ਸੱਦਾ ਦੇ ਦਿੱਤਾ, ਬਾਹਮਣ ਭੇਜ ਦਿੱਤਾ ਹੈ। ਸ਼੍ਰੀ ਗੁਰ ਪੈ ਜਾਵਤ ਭਏ ਧਰ ਰਿਦ ਬਹੁਤ ਹੁਲਾਸ। ਹਿਰਦੇ ਵਿੱਚ ਬੜੀ ਖੁਸ਼ੀ ਧਾਰਨ ਕਰਕੇ ਹੀ ਸੱਦਾ ਦੇਣ ਵਾਲਾ ਜਿਹੜਾ ਬ੍ਰਾਹਮਣ ਸੀ ਪਾਤਸ਼ਾਹ ਜੀ ਦੇ ਚਰਨਾਂ 'ਚ ਬੜੇ ਚਾਅ ਨਾਲ ਪਹੁੰਚਿਆ। ਚੌਪਈ ਅਸੀਰਬਾਦ ਮੁਖ ਵਿਪਰਨ ਗਾਊ। ਇਸ ਬ੍ਰਾਹਮਣ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਵੀ ਕੀਤੀ, ਅਸ਼ੀਰਵਾਦ ਵੀ ਦਿੱਤੀ। ਤੇ ਉਹ ਸਮੇਂ ਅਬ ਧਰੀਏ ਪਾਊ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਗ੍ਰਹਿ ਵਿਖੇ ਚਰਨ ਪਾਓ, ਕਿਉਂਕਿ ਲਾਵਾਂ ਦਾ ਸਮਾਂ ਹੋ ਚੁੱਕਿਆ ਹੈ। ਸੁਨ ਬਰਾਤ ਜਿਤ ਹਰਖ ਸੋ ਪਾਇਓ। ਸਾਰੀ ਬਰਾਤ ਨੂੰ ਸੁਨੇਹਾ ਦਿੱਤਾ ਗਿਆ, ਸਾਰਿਆਂ ਨੂੰ ਚਾਅ ਚੜ ਗਿਆ, ਖੁਸ਼ੀਆਂ ਹੋ ਗਈਆਂ। ਬਾਜਨ ਬਜੇ ਨਿਸ਼ਾਨ ਸੁਹਾਇਓ। ਬਾਜੇ ਵੱਜ ਗਏ, ਨਿਸ਼ਾਨ ਭਾਵ ਕੇ ਸ਼ੋਭਾ ਪਾ ਰਹੇ ਹਨ, ਝੂਲਦੇ ਨੇ। ਬਾਜੀ ਅਸਤ ਚਲਤ ਬੋ ਭਾਰੀ। ਨਿਸ਼ਾਨ ਦੇ ਦੋ ਅਰਥ ਹੋਇਆ ਕਰਦੇ ਨੇ। ਨਿਸ਼ਾਨ ਨਗਾਰਿਆਂ ਨੂੰ ਵੀ ਕਹਿੰਦੇ ਨੇ, ਨਿਸ਼ਾਨ ਸਾਹਿਬ ਨੂੰ ਵੀ ਕਹਿੰਦੇ ਨੇ। ਇਉਂ ਗੁਰੂ ਘਰ ਦੀ ਉਪਮਾ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਸਮੇਂ ਤੋਂ ਹੀ ਨਿਸ਼ਾਨ ਝੂਲਦੇ ਸਨ। ਨਿਸ਼ਾਨ ਵੀ ਝੂਲਦੇ, ਨਿਸ਼ਾਨ ਨਗਾਰੇ ਵੀ ਵੱਜਦੇ। ਸਤਿਗੁਰੂ ਮਹਾਰਾਜ ਤਖਤ ਦੇ ਮਾਲਕ ਸੀ, ਗੁਰਤਾ ਗੱਦੀ ਦੇ ਮਾਲਕ ਸੀ। ਇਉਂ ਬੜੇ ਚਾਅ ਦੇ ਨਾਲ ਸਾਰੀ ਬਰਾਤ ਚੱਲੀ ਹੈ। ਹਵਾਈ ਬੋ ਨਭ ਔਰ ਸਿਧਾਰੀ। ਬੜੇ ਹੋ ਸਮੇਂ ਜਿਨ੍ਹਾਂ ਨੂੰ ਅੱਜ ਅਸੀਂ ਬੰਬ ਕਹਿੰਦੇ ਹਾਂ, ਪਟਾਕੇ ਕਹਿੰਦੇ ਹਾਂ, ਆਤਿਸ਼ਬਾਜ਼ੀ ਕਹਿੰਦੇ ਹਾਂ, ਪੁਰਾਣੇ ਸਮਿਆਂ 'ਚ ਉਹਨੂੰ ਬਾਜ ਕਹਿੰਦੇ ਹੁੰਦੇ ਸੀ, ਆਸਤ ਕਹਿੰਦੇ ਹੁੰਦੇ ਸੀ, ਜਾਂ ਦੇਵਣੀਆਂ ਕਹਿੰਦੇ ਹੁੰਦੇ ਸੀ। ਇਉਂ ਬੜੀਆਂ ਫਿਰਜੀਆਂ ਚਲਾਈਆਂ ਗਈਆਂ। ਮਾਨੋ ਪਠੀ ਦੇਵਣ ਕੋ ਪਾਤੀ। ਇਉਂ ਮਾਨੋ ਜਿਹੜੀਆਂ ਆਕਾਸ਼ ਨੂੰ ਉੱਡ ਰਹੀਆਂ ਨੇ, ਉਹ ਚੱਲੀਆਂ ਨੇ ਸੁਨੇਹਾ ਦੇਣ ਵਾਸਤੇ ਦੇਵਤਿਆਂ ਨੂੰ ਕਿ ਛੇਤੀ ਆ ਜਾਓ, ਹਰਗੋਬਿੰਦ ਸਾਹਿਬ ਮਹਾਰਾਜ ਹੁਣ ਲਾਵਾਂ ਲੈਣ ਚੱਲੇ ਨੇ। ਸ਼੍ਰੀ ਗੁਰੂ ਕੇ ਹੋਏ ਆਵ ਬਰਾਤੀ। ਇਹ ਸਤਿਗੁਰੂ ਮਹਾਰਾਜ ਦੀ ਬਰਾਤ ਦੇ ਵਿੱਚ ਆਓ, ਆਪਾਂ ਸਾਰੇ ਹਾਜ਼ਰ ਹੋਈਏ ਸੱਚੇ ਸਤਿਗੁਰਾਂ ਦੇ। ਦੋਹਰਾ ਅਸਤਬਾਜੀ ਆਗੇ ਚਲਤ ਪਾਛੇ ਚਲਤ ਬਰਾਤ। ਅੱਗੇ ਅੱਗੇ ਆਸਤਬਾਜੀ ਹੁੰਦੀ ਜਾ ਰਹੀ ਆ, ਪਿੱਛੇ ਪਿੱਛੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਾੜਾ ਰੂਪ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਦੇ ਦਾਤੇ, ਸਾਰੇ ਬਹੁਤ ਜ਼ਿਆਦਾ ਸਿਆਣੇ ਸਿਆਣੇ ਗੁਰਸਿੱਖ, ਬਾਬਾ ਦਾਤੂ ਜੀਆਂ ਵਰਗੇ, ਇਸੇ ਤਰ੍ਹਾਂ ਬਾਬਾ ਮੋਹਰੀ ਜੀਆਂ ਵਰਗੇ, ਭਾਈ ਸਾਲੋ ਜੀਆਂ ਵਰਗੇ, ਭਾਈ ਬਹਿਲੋ ਜੀਆਂ ਵਰਗੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਸ ਤਰ੍ਹਾਂ ਭਾਈ ਉਮਰਾ ਜੀ, ਇਸ ਤਰ੍ਹਾਂ ਬਹੁਤ ਜ਼ਿਆਦਾ ਕਿੰਨੇ ਕੁ ਗੁਰਸਿੱਖਾਂ ਦੇ ਨਾਮ ਗਿਣੀਏ ਜਿਹੜੇ ਬ੍ਰਹਮ ਦੇ ਰੂਪ ਵਿੱਚ ਸਨ ਮਿਲੇ ਹੋਏ, ਉਹ ਸਾਰੇ ਨਾਲ ਹਨ। ਪੁਰ ਨਰ ਨਾਰੀ ਹੋਏ ਕਹੈ ਬੜੈ ਭਾਗ ਹਿਰਾਤ। ਸਾਰੇ ਨਗਰ ਦੇ ਲੋਕੀ ਕਹਿੰਦੇ ਨੇ ਅੱਜ ਬਹੁਤ ਵੱਡਿਆਂ ਭਾਗਾਂ ਵਾਲਾ ਦਿਨ ਹੈ। ਜੋ ਭਾਈ ਹਰਗੋਬਿੰਦ ਦੁਲਹੋ ਸੁਖ ਸਦਨਾ। ਕਿਉਂਕਿ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੁਲਹੇ ਲਾੜੇ ਨੇ, ਸੁੱਖਾਂ ਦੇ ਘਰ ਹਨ। ਘੋੜੀ ਚਰੇ ਮਾਨ ਮਦ ਕਦਨਾ। ਘੋੜੀ ਦੇ ਉੱਤੇ ਸਵਾਰ ਹੋਏ ਨੇ, ਮਾਨ ਰਤ ਕਦਨਾ ਭਾਵ ਕੇ
ਕਿਉਂਕਿ ਕਾਮਦੇਵ ਤੇ ਕਾਮਦੇਵ ਦੀ ਪਤਨੀ ਰਤੀ ਇਹਨਾਂ ਦਾ ਜਿਹੜਾ ਹੰਕਾਰ ਹੈ ਉਹਨੂੰ ਖਤਮ ਕਰਦੇ ਜਾ ਰਹੇ ਨੇ। ਰਵ ਸਮ ਤੇਜ ਸਰਗ ਸਤ ਚਲ ਬੁਲਾਵੈ। ਸਤਿਗੁਰੂ ਮਹਾਰਾਜ ਜੀ ਦਾ ਤੇਜ ਪ੍ਰਕਾਸ਼ ਹੈ ਜਿਹੜਾ ਸੂਰਜ ਵਰਗਾ ਹੈ ਤੇ ਸੀਸ ਦੇ ਉੱਤੇ ਛਤਰ ਝੂਲਦਾ ਜਾ ਰਿਹਾ। ਪੁਰਾਣੇ ਸਮੇਂ 'ਚ ਲਾੜਿਆਂ ਦੇ ਉੱਤੇ ਛਤਰ ਝਾਤ ਪੱਤਰ ਵੀ ਕਹਿੰਦੇ ਹੁੰਦੇ, ਸਰਗਸਤ ਕਹਿੰਦੇ ਨੇ। ਇਉਂ ਬੜਾ ਸੋਹਣਾ ਝੂਲ ਰਿਹਾ ਹੈ। ਪੁਰ ਨਰ ਨਾਰ ਦੇਖ ਬਲ ਜਾਵੈ। ਸਾਰੇ ਨਗਰ ਦੀ ਇਸਤਰੀ ਪੁਰਸ਼ ਦਰਸ਼ਨ ਕਰ ਕਰਕੇ ਮਹਾਰਾਜ ਨੂੰ ਤੱਕ ਤੱਕ ਕੇ ਬਲਿਹਾਰ ਬਲਿਹਾਰ ਜਾਂਦੇ ਨੇ। ਸੁੰਦਰ ਸ਼ਬਦ ਦਿਖ ਰਤ ਪਤ ਮੋਹੈ। ਸਤਿਗੁਰੂ ਮਹਾਰਾਜ ਜੀ ਦੀ ਸੁੰਦਰਤਾ ਦੇਖ ਕੇ ਮੋਹੀ ਜਾ ਰਹੇ ਹਨ। ਮੋਤੇ ਅਧਿਕ ਗੁਰੂ ਸ਼ਬ ਸੋਹੈ। ਇਹ ਕਹਿੰਦੇ ਨੇ ਕਾਮਦੇਵ ਕਿ ਮੇਰੇ ਨਾਲੋਂ ਸਤਿਗੁਰੂ ਮਹਾਰਾਜ ਜੀ ਦੀ ਸੋਭਾ ਉਪਮਾ ਜ਼ਿਆਦੇ ਹੈ, ਕਿਉਂਕਿ ਮੇਰਾ ਮਾਲਕ ਹੈ। ਇਹ ਬਿਦ ਸੋ ਪਹੁੰਚੇ ਸੁਖ ਪਾਈ। ਇਉਂ ਸਤਿਗੁਰੂ ਮਹਾਰਾਜ ਫਿਰ ਜੰਝ ਘਰ ਤੋਂ ਚੱਲ ਕੇ ਨਰੈਣ ਦਾਸ ਜੀਆਂ ਦੇ ਘਰੇ ਪਹੁੰਚਦੀ ਹੈ। ਨਾਰਾਇਣ ਦਾਸ ਮੰਦਰ ਸੁਖਦਾਈ। ਨਰੈਣ ਦਾਸ ਦਾ ਜੋ ਘਰ ਹੈ ਬੜਾ ਸੁੱਖਾਂ ਵਾਲਾ ਭਰਿਆ ਬਣਿਆ ਹੈ। ਦੋਹਰਾ ਜਗ ਮਿਰਜਾਦ ਕਰਕੇ ਤਬੈ ਬੇਦੀ ਧਰੀ ਬਣਾਏ। ਸਤਿਗੁਰੂ ਮਹਾਰਾਜ ਜੀਆਂ ਦੇ ਉਸ ਸਮੇਂ ਵਿਆਹ ਦੇ ਸਮੇਂ ਨੂੰ ਮੁੱਖ ਰੱਖ ਕੇ ਨਰੈਣ ਦਾਸ ਜੀਆਂ ਵੱਲੋਂ ਭਾਵ ਕਿ ਬ੍ਰਾਹਮਣ ਸਨ, ਉਹਨਾਂ ਨੇ ਬੇਦੀ ਗੱਡੀ ਹੈ। ਵਿਪਰਬੰਧ ਬੈਠਤ ਭਏ ਸ੍ਰੀ ਗੁਰੂ ਮਨ ਸੁਖ ਪਾਏ। ਸਤਿਗੁਰੂ ਮਹਾਰਾਜ ਜੀਆਂ ਦਾ ਜੋ ਆਸਣ ਲੱਗਿਆ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਆਪ ਵੀ ਬੈਠ ਜਾਂਦੇ ਨੇ। ਇੱਕ ਪਾਸੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਉਹਨਾਂ ਦਾ ਆਸਣ ਸੀ, ਉਸ ਆਸਣ 'ਤੇ ਬੈਠ ਜਾਂਦੇ ਹਨ। ਚੌਪਈ ਦਇਆ ਸਿੰਘ ਗੁਰੂ ਅਰਜਨ ਦੇਵ। ਭਾਈ ਦਇਆ ਸਿੰਘ ਜੀ ਕਹਿ ਰਹੇ ਨੇ ਭਾਈ ਮਨੀ ਸਿੰਘ ਜੀ ਨੂੰ, ਭਾਈ ਮਨੀ ਸਿੰਘ ਜੀ ਭਗਤ ਸਿੰਘ ਜੀਆਂ ਨੂੰ ਸੁਣਾ ਰਹੇ ਨੇ। ਕਹਿੰਦੇ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਗਤ ਰੀਤ ਸਭ ਕਰੀ ਅਭੇਵ। ਭਾਵ ਕਿ ਉਸ ਸਮੇਂ ਅਭੇਵ ਸਾਰਿਆਂ ਵਿੱਚ ਮਿਲ ਕਰਕੇ ਜਿਹੜੀ ਗੱਲ ਨੂੰ ਨਾ ਜਾਣ ਸਕਦੇ ਹੋਈ ਹੈ। ਅਭੇਵ ਦਾ ਅਰਥ ਕਵੀ ਜੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਇਸ ਗੱਲ ਨੂੰ ਸਮੇਂ ਨੂੰ ਸਮਝ ਨਹੀਂ ਸਕਦੇ। ਅਭੇਵ ਇੱਕ ਭੇਦ ਹੈ ਜਿਹੜਾ ਭੇਤਿਆ ਨਾ ਜਾ ਸਕੇ। ਵੀ ਸਤਿਗੁਰਾਂ ਨੇ ਸਾਰੀ ਰੀਤ ਕੀਤੀ। ਨਾਈ ਵਿਪਰ ਲਗ ਜੈ ਕੇਰੋ। ਜਿਹੜੇ ਉਸ ਮੇ ਲਾਗੀ ਸਨ, ਨਾਈ ਸੀ, ਬ੍ਰਾਹਮਣ ਸੀ। ਸ੍ਰੀ ਗੁਰੂ ਅਰਜਨ ਤਬੈ ਨਵੇਰੋ। ਸਤਿਗੁਰੂ ਮਹਾਰਾਜ ਨੇ ਉਹਨਾਂ ਸਾਰਿਆਂ ਤੇ ਰਹਿਮਤ ਵਰਤਾ ਦਿੱਤੀ। ਹਰਗੋਬਿੰਦ ਤਬ ਲਾਵਾਂ ਲੀਨੀ। ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਲਾਵਾਂ ਲਈਆਂ। ਸਾਧ ਸੰਗਤ ਜੀ ਜਿਹੜੇ ਕੁਛ ਇਤਿਹਾਸਕ ਗੱਲਾਂ ਨੇ, ਕਿਉਂਕਿ ਕੁਦਰਤੀ ਇਤਿਹਾਸ ਆਉਂਦੇ ਨੇ, ਲੜੀਵਾਰ ਇਤਿਹਾਸ ਚੱਲਦੇ ਨੇ। ਕਵੀ ਜੀਆਂ ਨੇ ਜੋ ਲਾਵਾਂ ਦੀ ਗੱਲ ਲਿਖੀ ਹੈ, ਇੱਥੋਂ ਗੱਲ ਇਹ ਸਪਸ਼ਟ ਹੋ ਜਾਂਦੀ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜਾ ਗੁਰਮਤਿ ਵਿਚਾਰ ਸਾਗਰ ਹੈ, ਉਹਦੇ ਵਿੱਚ ਵੀ ਇਹ ਗੱਲ ਆਉਂਦੀ ਹੈ। ਗੁਰਮਤਿ ਵਿਚਾਰ ਧਾਰਾ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਲਾਵਾਂ ਉਚਾਰੀਆਂ। ਸਿੱਖ ਦੀ ਪੁੱਤਰੀ ਦੀ ਸ਼ਾਦੀ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਪਾ ਕੇ। ਫਿਰ ਇਹ ਗੁਰੂ ਘਰ ਦੀ ਮਰਜ਼ਾਦਾ ਆਰੰਭ ਹੋ ਚੁੱਕੀ ਸੀ। ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਆਪ ਵੀ ਏਕਾ ਲਿਖ ਕੇ, ਇੱਕ ਓਂਕਾਰ ਲਿਖ ਕੇ ਸਤਿਗੁਰੂ ਮਹਾਰਾਜ ਨੇ ਬਟਾਲੇ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀਆਂ ਦੇ ਨਾਲ ਫੇਰੇ ਲਏ ਸਨ। ਬੇਦੀ ਦੇ ਅੱਗ ਦੇ ਆਲੇ ਦਿਨ ਦਾਲੇ ਨਹੀਂ ਸੀ ਘੁੰਮੇ। ਮਹਾਰਾਜ ਨੇ ਕਾਗਜ਼ ਸ਼ਾਹੀ ਮੰਗਾ ਕੇ ਇੱਕ ਓਂਕਾਰ ਲਿਖ ਕੇ ਚੌਂਕੀ 'ਤੇ ਰੱਖ ਕੇ ਫਿਰ ਪਾਤਸ਼ਾਹ ਜੀਆਂ ਨੇ ਬਖਸ਼ਿਸ਼ਾਂ ਦੇ ਦਾਤੇ ਨੇ ਸਾਡੇ ਸਤਿਕਾਰਯੋਗ ਮਾਤਾ ਜੀਆਂ ਨਾਲ ਫੇਰੇ ਲਏ, ਲਾਵਾਂ ਵੀ ਕਹਿ ਸਕਦੇ ਹਾਂ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਾਦੀ ਸਾਡੇ ਸਤਿਕਾਰਯੋਗ ਮਾਤਾ ਭਾਨੀ ਜੀ, ਉਹਨਾਂ ਨਾਲ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕੀਤੀ। ਕੁਝ ਇਤਿਹਾਸਕ ਤੱਥ ਵਿਚਾਰ ਆਉਂਦੀ ਹੈ ਕਿ ਉਸ ਸਮੇਂ ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਵੀ ਆਪ ਸੁਸ਼ੋਭਿਤ ਹੋ ਕੇ ਬੈਠ ਕੇ ਦੋਹਾਂ ਨੂੰ, ਭਾਵ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੱਲਾ ਬੀਬੀ ਭਾਨੀ ਨੂੰ ਫੜਾ ਕੇ ਮਹਾਰਾਜ ਨੇ ਕਹਿ ਦਿੱਤਾ ਕਿ ਸਾਡੇ 4 ਪਰਿਕਰਮਾ ਕਰੋ। ਆਪਣੀਆਂ ਹੀ 4 ਪਰਿਕਰਮਾ ਕਰਾ ਕੇ ਸ਼ਾਦੀ ਕੀਤੀ ਸੀ।
ਤੇ ਹੁਣ ਜਿਹੜਾ ਸਮਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੌ ਨਗਰ ਸ਼ਾਦੀ ਹੋਈ। ਹੁਣ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਾਦੀ ਹੈ। ਇਸ ਸਮੇਂ ਤੱਕ ਤਾਂ ਗੁਰੂ ਘਰ ਦੀ ਜੋ ਰਹੁ ਰੀਤ, ਗੁਰੂ ਘਰ ਦੀ ਗੁਰਮਤਿ ਦੀ ਮਰਜ਼ਾਦਾ ਬਹੁਤ ਉੱਚੀ ਹੋ ਚੁੱਕੀ ਸੀ। ਇੱਥੇ ਕਵੀ ਜੀਆਂ ਨੇ ਸਾਰੀਆਂ ਗੱਲਾਂ ਨਹੀਂ ਖੋਲ੍ਹੀਆਂ, ਹੋਰ ਵੀ ਕਈ ਇਤਿਹਾਸ ਦੇਖੇ ਨੇ, ਪਰ ਪੂਰਨ ਤੱਥ ਮਿਲਣੇ ਮੁਸ਼ਕਲ ਹੁੰਦੇ ਨੇ। ਜਦੋਂ ਆਪਾਂ ਗੁਰਮਤਿ ਵੱਲ ਨਜ਼ਰ ਮਾਰਾਂਗੇ ਤਾਂ ਇਹੀ ਵਿਚਾਰ ਆਉਂਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਵਿੱਚ ਜੋ ਗੁਰਮਤਿ ਦੀ ਆਪ ਥੰਮ ਸਨ, ਬਾਣੀ ਦੇ ਰਚਨਕਾਰ ਸੀ, ਗੁਰਮਤਿ ਦੀ ਮਰਜ਼ਾਦਾ ਤੋੜਨ ਵਾਲੇ ਸੀ। ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬੇਦੀ ਦੇ ਅੱਗੇ ਨਹੀਂ ਲਾਵਾਂ ਹੋਈਆਂ, ਜਾਂ ਕਹਿ ਲਿਆ ਅੱਗ ਦੇ ਆਲੇ ਦੁਆਲੇ ਨਹੀਂ ਘੁੰਮੇ। ਸਤਿਗੁਰੂ ਮਹਾਰਾਜ ਨੇ ਹੁਣ ਸਤਿਗੁਰੂ ਜਾਣਦੇ ਨੇ, ਜਾਂ ਆਪਣੀਆਂ ਪ੍ਰਕਰਮਾਂ ਕਰਾਈਆਂ, ਜਾਂ ਇਹ ਵੀ ਹੋ ਸਕਦਾ ਹੈ ਕਿਉਂਕਿ ਰਥ ਸਨ, ਬੱਗੀਆਂ ਸਨ, ਪੋਥੀ ਪਰਮੇਸ਼ਰ ਕਾ ਥਾਨ। ਸਤਿਗੁਰੂ ਮਹਾਰਾਜ ਪੋਥੀ ਸਾਹਿਬ ਲੈ ਕੇ ਗਏ ਹੋਣ, ਚੌਂਕੀ 'ਤੇ ਸੁਸ਼ੋਭਿਤ ਕਰਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ 4 ਪ੍ਰਕਰਮਾਂ ਕਰਾ ਕੇ ਆਨੰਦ ਕਾਰਜ ਕਰਾਏ ਹੋਣ। ਇਹ ਗੱਲਾਂ ਸਾਨੂੰ ਵਿਚਾਰਨ ਯੋਗ ਨੇ, ਸੋਚਣ ਯੋਗ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਗਨੀ ਦੇ ਆਲੇ ਦੁਆਲੇ ਫੇਰੇ ਦੇ, ਕਿਉਂਕਿ ਗੁਰਮਤਿ ਦੀ ਇਹ ਰੀਤ ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਹੀ ਬਦਲ ਚੁੱਕੀ ਸੀ। ਗੁਰੂ ਘਰ ਦੇ ਵਿੱਚ ਇਹ ਰੀਤਾਂ ਰਹੁ ਰੀਤਾਂ ਚੱਲ ਰਹੀਆਂ ਸਨ। ਰਹੋ ਵਿਚਾਰ ਇਹ ਗੁਰਮਤਿ ਦੀਆਂ ਕੁਝ ਖੋਜ ਕਰਨ ਜੋਗਰੀਆਂ, ਇਹਨਾਂ ਚੀਜ਼ਾਂ ਦੇ ਉੱਤੇ ਵਿਦਵਾਨਾਂ ਦਾ ਇਕੱਠ ਹੋਣਾ, ਭਾਲ ਕਰਨੀ, ਇਤਿਹਾਸਾਂ ਨੂੰ ਲੱਭਣਾ, ਵਿਚਾਰਾਂ ਲੱਭਣੀਆਂ, ਸੀਨੇ ਵਸੀਨੇ ਜਿਹੜੀਆਂ ਚਲੀਆਂ ਆਉਂਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਧਿਆਨ ਗੋਚਰੇ ਲਿਆਉਣਾ। ਕਿਉਂਕਿ ਜੇ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਲੈ ਕੇ ਜਾਂਦੇ ਤਾਂ ਉਹਦਾ ਹਵਾਲਾ ਜ਼ਰੂਰ ਆ ਜਾਣਾ ਸੀ ਇਤਿਹਾਸ ਦੇ ਵਿੱਚ, ਕਿਉਂਕਿ ਸਤਿਗੁਰੂ ਮਹਾਰਾਜ ਬਹੁਤ ਜ਼ਿਆਦਾ ਵੱਡਾ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਬੀੜ ਸਾਹਿਬ ਦਾ, ਪਰਮੇਸ਼ਰ ਸਰੂਪ ਹਨ। ਇਸ ਕਰਕੇ ਇਹ ਹਵਾਲਾ ਨਹੀਂ ਵਿੱਚ ਹੈ। ਜੇ ਵਿੱਚ ਹਵਾਲਾ ਹੁੰਦਾ ਕਿ ਮਹਾਰਾਜ ਜੀ ਨਾਲ ਗਏ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਗਏ, ਤਾਂ ਫਿਰ ਸਾਡੇ ਕੋਲ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹਿਣੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੋ ਸ਼ਾਦੀ ਹੋਈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪ੍ਰਕਰਮਾਂ ਕੀਤੀਆਂ, ਬੀੜ ਸਾਹਿਬ ਦੀਆਂ। ਸੋ ਆਓ ਇਹ ਵਿਚਾਰਯੋਗ ਦੇ ਖੋਜ ਕਰਨ ਦੇ ਅਧੀਨ ਇਹ ਖੇਡ ਹੈ। ਸੋ ਕਵੀ ਜੀਆਂ ਨੂੰ ਜੋ ਮਿਲਿਆ ਉਹਨਾਂ ਨੇ ਉਹ ਲਿਖ ਦਿੱਤਾ, ਪਰ ਉਹਨਾਂ ਨੇ ਇਹ ਗੱਲ ਲਿਖ ਦਿੱਤੀ ਵੀ ਲਾਵਾਂ ਹੋਈਆਂ। ਹਾਂ, ਆਪਾਂ ਵੀ ਮੰਨਾਂਗੇ, ਕਿਉਂਕਿ ਲਾਮ ਦਾ ਭਾਵ ਹੀ ਹੁੰਦਾ ਹੈ ਪ੍ਰਕਰਮਾਂ, ਇੱਕ ਦੂਸਰੇ ਪ੍ਰਤੀ ਸਮਰਪਿਤ ਹੋਣਾ, ਇੱਕ ਦੂਸਰੇ ਦੇ ਪਿਆਰ ਦੇ ਵਿੱਚ ਸਦੀਵ ਕਾਲ ਵਾਸਤੇ ਬੰਨ੍ਹੇ ਜਾਣਾ। ਲਾਮ ਦਾ ਇਹੀ ਅਰਥ ਹੋਇਆ ਕਰਦਾ। ਸੋ ਇਉਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਨਾਲ ਲਾਵਾਂ ਹੋਈਆਂ। ਪਾਨ ਗ੍ਰਹਿਣ ਬਿਧ ਸਭ ਹੀ ਕੀਨੀ। ਇਉਂ ਪਾਨ ਗ੍ਰਹਿਣ ਭਾਵ ਕਿ ਪੱਲਾ ਫੜਾਉਣ ਦੀ ਰਸਮ ਜੋ ਨਰੈਣ ਦਾਸ ਜੀਆਂ ਨੇ ਕੀਤੀ, ਅਤੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਲੜ ਮਾਤਾ ਦਮੋਦਰੀ ਜੀ ਨੂੰ ਫੜਾਇਆ ਗਿਆ। ਫਿਰ ਪ੍ਰਕਰਮਾਂ ਕੀਤੀਆਂ, ਬਾਣੀ ਦਾ ਜਾਪ ਹੋਇਆ। ਸੁਰ ਤਰਨੀ ਅਬਲਾ ਮਿਲ ਗਾਵਤ। ਸਾਰੀਆਂ ਮਿਲ ਕਰਕੇ ਸੁਆਣੀਆਂ ਗਾ ਰਹੀਆਂ ਹਨ ਬੜੇ ਪ੍ਰੇਮ ਦੇ ਨਾਲ। ਮੰਗਲ ਗੀਤ ਅਦਕ ਸ਼ਬ ਪਾਵਤ। ਬੜੇ ਖੁਸ਼ੀਆਂ ਦੇ ਸ਼ਬਦ ਗਾਏ ਜਾ ਰਹੇ ਨੇ, ਜਿਹੜੀ ਬੜੀ ਸ਼ੋਭਾ ਪੈ ਰਹੀ ਹੈ। ਦੋਹਰਾ ਵਿਵਾਹ ਕਥਾ ਕਹਿ ਤੱਕ ਕਹੋ ਭੂਰ ਦਾਨ ਗੁਰ ਦੀਨ। ਸਤਿਗੁਰੂ ਮਹਾਰਾਜ ਨੇ ਬਹੁਤ ਦਾਨ ਵੀ ਦਿੱਤਾ। ਕਵੀ ਜੀ ਕਹਿੰਦੇ ਮੈਂ ਇਹ ਕਥਾ ਕਿੰਨੀ ਕੁ ਲੰਬੀ ਵਧਾਵਾਂ, ਕਿੰਨੀ ਕੁ ਕਰਾਂ। ਨਾਰਾਇਣ ਦਾਸ ਸ੍ਰੀ ਗੁਰੂ ਜੀ ਬੜੋ ਹਰਖ ਚਿਤ ਕੀਨ। ਨਾਰਾਇਣ ਦਾਸ ਜੀਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀਆਂ ਬਹੁਤ ਜ਼ਿਆਦਾ ਖੁਸ਼ੀਆਂ ਲਈਆਂ। ਨਾਰਾਇਣ ਦਾਸ ਜੀ ਵੀ ਬੜੇ ਖੁਸ਼ ਹੋਏ, ਸਤਿਗੁਰੂ ਮਹਾਰਾਜ ਬੜੇ ਖੁਸ਼ ਹੋ ਕੇ ਖੁਸ਼ੀਆਂ ਵਰਤਾਈਆਂ। ਚੌਪਈ ਲਾਗ ਅਦਕ ਤੈ ਦੋ ਦਿਸ ਦੀਨਾ। ਦੋਹਾਂ ਦਿਸ਼ਾਵਾਂ ਤੋਂ ਬੜਾ ਲਾਗ ਦਿੱਤਾ ਗਿਆ, ਕਿਉਂਕਿ ਉਹਨਾਂ ਸਮਿਆਂ ਦੇ ਝੱਜ ਵੀ ਹੈ। ਜਿਹੜੇ ਲਾਗੀ ਲੋਕ ਹੁੰਦੇ ਨੇ ਉਹ ਇੱਛਾ ਰੱਖਦੇ ਨੇ। ਵਿਵਾਹ ਪੂਰ ਗੁਰ ਪਿਆਨਾ ਕੀਨਾ। ਕਿਉਂ ਸਤਿਗੁਰੂ ਮਹਾਰਾਜ ਲਾਵਾਂ ਕਰਕੇ ਵਿਆਹ ਕਰਕੇ ਫਿਰ ਪਿਆਨਾ ਵਾਪਸ ਮੁੜਦੇ ਨੇ। ਹਰਗੋਬਿੰਦ ਜੀ ਤਾਹੇ ਠਹਿਰਾਏ। ਹਰਗੋਬਿੰਦ ਸਾਹਿਬ ਮਹਾਰਾਜ ਕੁਝ ਸਮਾਟ ਕੇ ਦਿਖ ਨਾਰੀ ਮਨ ਮੈਂ ਸੁਖ ਪਾਏ। ਸਾਰੀਆਂ ਨਾਰੀਆਂ ਸੁਆਣੀਆਂ
महाराज ਨੂੰ ਘਰੇ ਲੈ ਕੇ ਗਏ, ਅੰਦਰ ਦੁੱਧ ਪਿਲਾਇਆ, ਬੜੇ ਖੁਸ਼ ਹੋਏ ਦਰਸ਼ਨ ਕਰਕੇ। ਸ੍ਰੀ ਗੁਰੂ ਬਾਜੀ ਅਸਤ ਚਲਾਵਤ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਹਰਗੋਬਿੰਦ ਸਾਹਿਬ ਜੀਆਂ ਦੇ ਆਏ ਤੋਂ ਵਾਪਸ ਮੁੜੇ। ਜਨ ਵਾਸੇ ਆਏ ਹਰ ਖਾਵਤ। ਫੇਰ ਆ ਕੇ ਜੰਝ ਘਰ ਦੇ ਵਿੱਚ ਪਾਤਸ਼ਾਹ ਬੜੇ ਖੁਸ਼ੀ ਦੇ ਨਾਲ ਬਿਰਾਜਮਾਨ ਹੋਏ, ਸੁਸ਼ੋਭਿਤ ਹੁੰਦੇ ਨੇ। ਸੁਆਓ ਸਮੇਂ ਦੀ ਸਮਾਪਤੀ ਹੈ, ਇਤਿਹਾਸ ਦੀ ਸਮਾਪਤੀ ਹੈ। ਪਿਆਰੀ ਸਾਧ ਸੰਗਤ ਦੀ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਬਾਸਰ ਕੇ ਇਸ ਤਰ੍ਹਾਂ 1536 ਵਿਸਾਖ ਸੁਦੀ 14 ਅੰਮ੍ਰਿਤ ਦੇ ਵੇਲੇ ਸਤਿਕਾਰਯੋਗ ਪਿਤਾ ਤੇਜਭਾਨ ਜੀ, ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਕਈਆਂ ਨੇ ਲక్ష్ਮੀ ਵੀ ਲਿਖਿਆ, ਉਹਨਾਂ ਦੀ ਪਵਿੱਤਰ ਉਦਰ ਤੋਂ ਅਵਤਾਰ ਲਿਆ। ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਸਿਰਫ 10 ਸਾਲ ਛੋਟੇ ਸੀ ਗੁਰੂ ਅਮਰਦਾਸ ਮਹਾਰਾਜ ਜੀ। ਸੋ ਅੱਜ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਅਵਤਾਰ ਪੁਰਬ ਹੈ। ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ 22.5 ਸਾਲ ਗੁਰਤਾ ਗੱਦੀ ਵੀ ਕੀਤੀ। ਬਹੁਤ ਜ਼ਿਆਦਾ ਗੁਰਸਿੱਖੀ ਦੀਆਂ ਰਹੁ ਰੀਤਾਂ ਸਨ ਜਿਹੜੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਤੋਰੀਆਂ, ਮਾਈਆਂ ਘੁੰਡ ਕੱਢਣੋਂ ਹਟਾਈਆਂ, ਸਤੀ ਪ੍ਰਥਾ ਬੰਦ ਕੀਤੀ, ਲੰਗਰ ਤੇ ਮੰਦਰ, ਸੰਗਤ ਤੇ ਪੰਗਤ ਦਾ ਸਿਧਾਂਤ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰਾ ਜਿਉ ਤੋਰਿਆ। ਇਸ ਤਰ੍ਹਾਂ ਫਿਰ